ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਮੂਕ ਉਚਰੇ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਆਂਦ ਲਖੇ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ ਵਰ ਨ ਸਕੇ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਾਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਕਹਾਂ ਲਗੇ ਇਹ ਕੀਟ ਬਖਾਨੈ ਮਹਿਮਾ ਤੋਰ ਤੂੰ ਹੀ ਪ੍ਰਭ ਜਾਨੈ ਪਿਤਾ ਜਨਮ ਜਿਮ ਪੂਤ ਨਾ ਪਾਵੈ ਕਵਨ ਤਹਾਂ ਕਾ ਭੇਦ ਬਤਾਵੈ ਬੇਸੁਮਾਰ ਅਥਾ ਅਗਨਤ ਅਤੁਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਬਿਰਾਜਮਾਨ ਸਾਧ ਸੰਗਤ ਸਿਮਰ ਗੁਰੂਦੇਵ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਇਹ ਸ਼ਹੀਦੀ ਦਿਹਾੜੇ ਚੱਲ ਰਹੇ ਨੇ, ਇਹਨਾਂ ਦੇ ਸੰਬੰਧ ਵਿੱਚ ਆਪ ਗੁਰੂ ਘਰ ਦੇ ਵਿੱਚ ਆਏ ਹੋ। ਉਹਨਾਂ ਸਾਹਿਬਜ਼ਾਦਿਆਂ ਦਾ ਇਤਿਹਾਸ, ਗੁਰੂ ਕੇ ਸਿੱਖ ਜਿਹੜੇ ਰਣ ਤੱਤੇ ਵਿੱਚ ਜੂਝਦੇ ਹੋਏ ਸ਼ਹੀਦੀਆਂ ਨੂੰ ਪ੍ਰਾਪਤ ਕਰ ਗਏ, ਉਹਨਾਂ ਦੀ ਦਾਸਤਾਨ ਸੁਣਨ ਵਾਸਤੇ ਇਕੱਤਰ ਹੋਏ ਹੋ। ਸਤਿਗੁਰੂ ਕਿਰਪਾ ਕਰਨ, ਇਸ ਪਾਵਨ ਇਤਿਹਾਸ ਦੀ ਸਤਿਗੁਰੂ ਸੁਣਨ ਦੀ ਸਮਰੱਥਾ ਬਖਸ਼ਿਸ਼ ਕਰਨ, ਸੁਣਾਉਣ ਦੀ ਸਮਰੱਥਾ ਬਖਸ਼ਿਸ਼ ਕਰਨ। ਸ਼ਹੀਦੀ ਜਿਹੜੀ ਹੈ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਹੈ ਸ਼ਾਂਤਮਈ ਸ਼ਹੀਦੀ, ਦੂਸਰੀ ਹੈ ਜੁਝਾਰੂ ਸ਼ਹੀਦੀ। ਗੁਰੂ ਘਰ ਦੇ ਵਿੱਚ ਇਹ ਦੋਨੋਂ ਹੀ ਸ਼ਹਾਦਤਾਂ ਜਿਹੜੀਆਂ ਨੇ ਮੌਜੂਦ ਨੇ। ਜਿਸ ਤਰ੍ਹਾਂ ਦੇਖਦੇ ਹਾਂ, ਪੰਚਮ ਪਾਤਸ਼ਾਹ ਜੋ ਸ਼ਹੀਦਾਂ ਦੇ ਸਿਰ ਤਾਜ ਨੇ, ਇਹਨਾਂ ਸ਼ਾਂਤਮਈ ਸ਼ਹਾਦਤ ਦਿੱਤੀ ਹੈ। ਔਰ ਅਗਾਂਹ ਜਾ ਕੇ ਗੁਰੂ ਘਰ ਦੇ ਵਿੱਚ ਜਦ ਤੇਗ ਆਈ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਵੱਡੇ 4 ਯੁੱਧ ਲੜੇ ਨੇ। 4 ਯੁੱਧਾਂ ਦੇ ਵਿੱਚ ਹੀ ਫਤਿਹ ਸਤਿਗੁਰਾਂ ਦੀ ਹੋਈ ਹੈ। ਉਹਦੇ ਵਿੱਚ ਜੁਝਾਰੂ ਅਨੇਕਾਂ ਸ਼ਹੀਦ ਹੋਏ ਨੇ, ਸਿੱਖ ਅਨੇਕਾਂ ਸ਼ਹੀਦ ਹੋਏ ਨੇ। ਫਿਰ ਇਸ ਤੋਂ ਅੱਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਿਰ ਸ਼ਾਂਤਮਈ ਸ਼ਹੀਦੀ ਦਿੱਤੀ ਹੈ। ਫਿਰ ਇਸ ਤੋਂ ਅੱਗੇ ਤੇ
ਇੰਝ ਕਹਿ ਲਓ ਸ਼ਹਾਦਤਾਂ ਦੀ, ਜੁਝਾਰੂ ਸ਼ਹਾਦਤਾਂ ਦੀ ਕੜੀ ਚੱਲ ਪੈਂਦੀ ਹੈ। ਹੁਣ ਥੋੜ੍ਹਾ ਜਿਹਾ ਬੇਸ ਦੇ ਵਿੱਚ ਆਈਏ ਕਿ ਗੁਰੂ ਘਰ ਦੇ ਨਾਲ ਇਹ ਹਕੂਮਤ ਦਾ ਵੈਰ ਕਿਉਂ ਸੀ। ਅਸੀਂ ਕਿਸੇ ਦੇ ਨਿੱਜੀ ਘਰ ਨੂੰ ਕੋਈ ਗੌਰਮੈਂਟ ਘੇਰਾ ਪਾਉਂਦੀ ਹੈ, ਕਿਉਂ ਪਾਉਂਦੀ ਹੈ? ਕੁਛ ਕਾਰਨ ਹੁੰਦੇ ਨੇ, ਉੱਥੇ ਕੁਛ ਗਲਤ ਹੋ ਰਿਹਾ ਹੁੰਦਾ ਹੈ, ਕਿਤੇ ਡਰੱਗਸ ਦਾ ਧੰਦਾ ਚੱਲਦਾ ਹੈ, ਕੋਈ ਹੋਰ ਧੰਦਾ ਚੱਲਦਾ ਹੈ ਜੋ ਸਮਾਜ ਨੂੰ ਪ੍ਰਵਾਨ ਨਹੀਂ, ਜੋ ਦੇਸ਼ ਦੇ ਕੁਛ ਉਲਟ ਚੱਲਦੇ ਨੇ। ਇਸ ਤਰ੍ਹਾਂ ਦਾ ਮਾਹੌਲ ਹੋਏ ਤੇ ਗੌਰਮੈਂਟ ਘੇਰਾ ਪਾ ਲੈਂਦੀ ਹੈ ਔਰ ਉਹਨਾਂ ਨੂੰ ਪਕੜਦੀ ਹੈ। ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਹੈ ਤੇ ਇਹਦਾ ਕਾਰਨ ਕੀ ਹੈ? ਪਹਿਲਾਂ ਇਹ ਵੇਖਣਾ ਬੜਾ ਜ਼ਰੂਰੀ ਹੈ। ਉਸ ਤਰ੍ਹਾਂ ਤੇ ਸ਼ੁਰੂ ਤੋਂ ਹੀ ਸੱਤ ਦਾ ਤੇ ਸੱਤਾ ਦਾ ਘੋਲ ਹੀ ਰਿਹਾ ਹੈ। ਕਦੇ ਕਦਾਈ ਜਿਹੜੀ ਸੱਤਾ ਹੈ ਕਿਸੇ ਧਰਮੀਆਂ ਦੇ ਹੱਥ ਆ ਜਾਂਦੀ ਹੈ, ਨਹੀਂ ਤੇ ਬਹੁਤਾਤ ਦੇ ਵਿੱਚ ਸੱਤ ਤੇ ਸੱਤਾ ਦੀ ਆਪਸ ਵਿੱਚ ਨਹੀਂ ਬਣਦੀ। ਜਿਹਦੇ ਕੋਲ ਸੱਤਾ ਆ ਜਾਂਦੀ ਹੈ, ਰਾਜ ਆ ਜਾਂਦਾ ਹੈ, ਪ੍ਰਭਤਾ ਆ ਜਾਂਦੀ ਹੈ, ਉਹਨੂੰ ਇੱਕ ਨਵੇਕਲਾ ਜਿਹਾ ਨਸ਼ਾ ਹੋ ਜਾਂਦਾ ਹੈ। ਤੇ ਕਿਤਨਾ ਵੀ ਸਿਆਣਾ ਹੋਵੇ, ਅਗਰ ਨਸ਼ੇ ਦੇ ਵਿੱਚ ਹੈ ਫਿਰ ਉਹ ਸਹੀ ਜਿਹੜਾ ਹੈ ਕੰਮ ਨਹੀਂ ਕਰਦਾ। ਤੁਲਸੀਦਾਸ ਜੀ ਦਾ ਤੇ ਐਸਾ ਕਹਿਣਾ ਹੈ, ਐਸਾ ਕੋ ਜਨਮਿਓ ਜਗ ਮਾਹੀ, ਪ੍ਰਭਤਾ ਪਾਏ ਜਾਸ ਮਦ ਨਾਹੀ। ਐਸਾ ਕਿਹੜਾ ਮਾਈ ਦਾ ਲਾਲ ਆਇਆ ਹੈ, ਕੋਈ ਪ੍ਰਾਪਤ ਹੋਈ ਹੋਏ ਪ੍ਰਭਤਾ ਸਤਾ ਤੇ ਫਿਰ ਉਹਦਾ ਨਸ਼ਾ ਨਾ ਹੋਇਆ ਹੋਵੇ। ਚੰਦ ਉਂਗਲਾਂ ਤੇ ਗਿਣਨ ਵਾਲੇ ਨੇ ਮਹਾਰਾਜਾ ਹਰੀਸ਼ ਚੰਦਰ ਵਰਗੇ, ਸ਼੍ਰੀ ਰਾਮ, ਸ਼੍ਰੀ ਕ੍ਰਿਸ਼ਨ, ਮਹਾਰਾਜਾ ਰਣਜੀਤ ਸਿੰਘ ਵਰਗੇ। ਸੱਤਾ ਨੂੰ ਉਹਦਾ ਪ੍ਰਸਾਦ ਸਮਝਿਆ ਹੈ, ਲੇਕਿਨ ਸੱਤ ਨਾਲ ਜੁੜੇ ਹੋਏ ਹੁੰਦੇ ਨੇ। ਸਭ ਤੋਂ ਪਹਿਲਾਂ ਸੱਤਾ ਦੇ ਵਿੱਚ ਜੋ ਜ਼ੁਲਮ ਹੁੰਦਾ ਹੈ, ਅਤਿਆਚਾਰ ਹੁੰਦਾ ਹੈ, ਪ੍ਰਜਾ ਦੇ ਉੱਤੇ ਵਧੀਕੀਆਂ ਹੁੰਦੀਆਂ ਨੇ, ਇਹਦਾ ਜ਼ਿਕਰ ਤੇ ਭਾਈ ਗੁਰਦਾਸ ਜੀ ਨੇ ਵੀ ਕੀਤਾ ਕਿ ਰਾਜੇ ਪਾਪ ਕਮਾਮ ਦੇ, ਉਲਟੀ ਵਾੜ ਖੇਤ ਕੋ ਖਾਈ। ਜਿਨ੍ਹਾਂ ਨੇ ਪ੍ਰਜਾ ਦਾ ਪੋਸ਼ਣ ਕਰਨਾ ਸੀ, ਉਹ ਪ੍ਰਜਾ ਦਾ ਸ਼ੋਸ਼ਣ ਕਰ ਰਹੇ ਨੇ, ਲੁੱਟ ਰਹੇ ਨੇ। ਤੋ ਇਸ ਤਰ੍ਹਾਂ ਬਾਬਰ ਜਿਹੜਾ ਹੈ ਆਇਆ ਸਿਪਾਹੀਆਂ ਨੂੰ ਨਾਲ ਲੈ ਕੇ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਨੂੰ ਕਿਹਾ ਤੂੰ ਜ਼ਾਬਰ ਹੈ, ਬਾਬਰ ਨਹੀਂ ਜ਼ਾਬਰ ਹੈ। ਕਿਤਨੀ ਕਤਲੇਆਮ ਕੀਤੀ ਹੈ ਉਸਨੇ ਏਮਨਾਬਾਦ ਦੇ ਵਿੱਚ। ਕੈਦੀਆਂ ਨੂੰ ਜਿਤਨੇ ਵੀ ਕੋ ਬਚੇ ਸਨ, ਉਹਨਾਂ ਸਿਪਾਹੀਆਂ ਦੀ ਮਾਰ ਤੋਂ ਬਹੁਤ ਸਾਰੇ ਮਾਰ ਦਿੱਤੇ। ਬੜਾ ਜ਼ਿਕਰ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕਿ ਬਾਬਰ ਤੇਰੇ ਸਿਪਾਹੀਆਂ ਨੇ ਰਤਨਾਂ ਵਰਗੇ ਸਰੀਰ ਜਿਹੜੇ ਸੀ ਨਾ, ਉਹਨਾਂ ਨੂੰ ਪਾੜ ਕੇ ਸੁੱਟ ਦਿੱਤਾ। ਰਤਨ ਵਿਗਾੜ ਵਗੋਏ ਕੁੱਤੀ, ਮੋਇਆ ਸਾਰ ਨਾ ਕਾਈ। ਤੋ ਇਸ ਤਰ੍ਹਾਂ ਜਿਹੜੇ ਬੱਚੇ ਸਨ ਉਹਨਾਂ ਨੂੰ ਕੈਦ ਵਿੱਚ ਕੀਤਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਵੀ ਕੈਦ ਵਿੱਚ ਗਏ। ਪਰ ਜਿਸ ਵੇਲੇ ਸਤਿਗੁਰਾਂ ਦੀ ਅਜ਼ਮਤ ਦੇਖੀ, ਅਕਾਲ ਪੁਰਖ ਦੀ ਰਹਿਮਤ ਦੇਖੀ, ਆਪਣੇ ਆਪ ਚੱਕੀ ਚੱਲੀ। ਔਰ ਜਾ ਕੇ ਕਿਸੇ ਸਿਪਾਹੀ ਨੇ ਕਹਿ ਦਿੱਤਾ, ਬਾਬਰ ਗਜ਼ਬ ਹੋ ਗਿਆ ਹੈ, ਤੂੰ ਐਸੇ ਫਕੀਰ ਨੂੰ ਲੈ ਆਂਦਾ ਕੈਦ ਕਰਕੇ, ਦੇਖ ਆਪਣੇ ਆਪ ਚੱਕੀ ਪਈ ਚੱਲਦੀ ਹੈ। ਡਰਿਆ ਬਾਬਰ, ਸਤਿਗੁਰਾਂ ਦੇ ਅੱਗੇ ਝੁਕਿਆ ਔਰ ਮੰਗ ਕੀਤੀ ਉਸਨੇ, ਫਕੀਰ ਮੇਰੇ ਕੋਲੋਂ ਕੁਛ ਮੰਗ। ਤੇ ਮਹਾਰਾਜ ਨੇ ਗਰਜਵੀਂ ਆਵਾਜ਼ ਵਿੱਚ ਕਿਹਾ, ਤੇਰੇ ਕੋਲੋਂ ਕੀ ਮੰਗਣਾ? ਬੰਦੇ ਕੀ ਜੋ ਲੇਵੈ ਓਟ, ਦੀਨ ਦੁਨੀ ਮੇ ਤਾਕੋ ਤੋਟ। ਕਹੈ ਨਾਨਕ ਸੁਣ ਬਾਬਰ ਮੀਰ, ਤੁਝ ਤੇ ਮੰਗੇ ਸੋ ਅਹਿਮਕ ਫਕੀਰ। ਬਾਬਰ ਜਿਹੜਾ ਤੇਰੇ ਕੋਲੋਂ ਮੰਗੇਗਾ ਫਕੀਰ ਨਹੀਂ, ਕੋਈ ਅਹਿਮਕ ਹੀ ਹੋਵੇਗਾ, ਕੋਈ ਮੂੜ ਹੀ ਹੋਵੇਗਾ।
ਬੰਦੇ ਦੀ ਉੱਟ ਕੀ ਲੈਣੀ ਹੈ, ਚੁੱਕਿਆ। ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸਿੰਘਾਸਨ 'ਤੇ ਗੁਰੂ ਅੰਗਦ ਦੇਵ ਜੀ ਬਿਰਾਜਮਾਨ ਹੋਏ। ਵਕਤ ਦਾ ਬਾਦਸ਼ਾਹ ਹਮਾਯੂ ਆਇਆ ਹਾਰ ਕੇ ਸ਼ੇਰਸ਼ਾਹ ਸੂਰੀ ਦੇ ਕੋਲੋਂ। ਕਿਸੇ ਨੇ ਦੱਸਿਆ ਤੇਰੇ ਪਿਤਾ ਨੂੰ ਗੁਰੂ ਨਾਨਕ ਜੀ ਦੀ ਗੱਦੀ ਤੋਂ ਬਖਸ਼ਿਸ਼ਾਂ ਹੋਈਆਂ ਸਨ, ਅਤੇ ਜਦ ਬਖਸ਼ਿਸ਼ਾਂ ਲੈਣ ਆਇਆ, ਰਹਿਮ ਦੀ ਖੈਰ ਵਾਸਤੇ ਆਇਆ, ਅਤੇ ਮਹਾਰਾਜ ਬੱਚਿਆਂ ਨੂੰ ਪੜ੍ਹਾ ਰਹੇ ਸਨ ਬੜੀ ਮਸਤੀ ਦੇ ਵਿੱਚ। ਆ ਕੇ ਖਲੋ ਗਿਆ, ਸਤਿਗੁਰਾਂ ਨੇ ਉੱਪਰ ਤੱਕ ਨਹੀਂ ਦੇਖਿਆ। ਇੱਕਦਮ ਆ ਗਿਆ, ਕੀ ਹੋਇਆ? ਮੈਂ ਹਾਰ ਗਿਆ। ਹਾਂ ਤੇ ਬਾਦਸ਼ਾਹ? ਤਲਵਾਰ ਬਾਹਰ ਕੱਢ ਲਈ ਅਤੇ ਸਤਿਗੁਰੂ ਜੀ ਨੇ ਉੱਪਰ ਨੂੰ ਨੇਤਰ ਕਰਕੇ ਕਿਹਾ, ਗੱਲ ਸੁਣ ਹਮਾਜੂ, ਜਿੱਥੇ ਤਲਵਾਰ ਦਿਖਾਣੀ ਸੀ ਉੱਥੇ ਮਿਆਨ ਵਿੱਚ ਪਾ ਕੇ ਆ ਗਿਆ ਹੈ, ਅਤੇ ਜਿੱਥੇ ਰਹਿਣੀ ਮਿਆਨ ਵਿੱਚ ਚਾਹੀਦੀ ਹੈ ਉੱਥੇ ਹੁਣ ਬਾਹਰ ਕੱਢ ਰਹੇ ਹੈ। ਲੱਜਤ ਹੋਇਆ। ਇਸ ਤਰ੍ਹਾਂ ਫਿਰ ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਮਹਾਰਾਜ ਸਿੰਘਾਸਨ 'ਤੇ ਬੈਠੇ। ਅਕਬਰ ਦਾ ਸੁਭਾਅ ਕੁਛ ਸੁਲ੍ਹੇ ਗੁਣ ਸੀ, ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਇਆ ਹੈ, ਨਮਰਤਾ ਦੇ ਨਾਲ ਆਇਆ। ਲੰਬਾ ਚੌੜਾ ਪ੍ਰਸੰਗ। ਜਦ ਗੁਰੂ ਅਰਜਨ ਦੇਵ ਜੀ ਮਹਾਰਾਜ ਸਿੰਘਾਸਨ 'ਤੇ ਬੈਠੇ ਅਤੇ ਅਕਬਰ ਦਾ ਪੁੱਤਰ ਇਹ ਦੁਸ਼ਟ ਜਹਾਂਗੀਰ ਸਿੰਘਾਸਨ 'ਤੇ ਬੈਠਾ, ਜੋ ਨਿੱਤ ਦਾ ਸ਼ਰਾਬੀ, ਅਯਾਸ਼ੀ, ਗਿਰਿਆ ਹੋਇਆ ਆਚਰਨ ਤੋਂ, ਜ਼ਮੀਰ ਦਾ ਮਰਿਆ ਹੋਇਆ, ਅਤੇ ਰਾਜ ਸੱਤਾ ਦੇ ਵਿੱਚ ਇਤਨਾ ਮਗਰੂਰ, ਸਤਿਗੁਰਾਂ ਜੀ ਨੂੰ ਤੱਤੀ ਤਵੀ 'ਤੇ ਬਿਠਾ ਕੇ ਸ਼ਹੀਦ ਕੀਤਾ। ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਤਲਵਾਰ ਉਠਾਈ, ਜੰਗ ਜਿੱਤੇ। ਸਤਿਗੁਰਾਂ ਦੀ ਕਿਰਪਾ ਕਿ ਉਸ ਵੇਲੇ ਫਿਰ ਮਾਹੌਲ ਠੀਕ ਹੋ ਗਿਆ। ਫਿਰ ਗੁਰੂ ਹਰਿਰਾਏ ਸਾਹਿਬ ਜੀ ਬੈਠੇ ਸਿੰਘਾਸਨ 'ਤੇ। ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਜਦ ਸਿੰਘਾਸਨ 'ਤੇ ਬੈਠੇ, ਅਤੇ ਇਹ ਪਾਪੀ ਸ਼ਾਹਜਹਾਂ ਦਾ ਬੇਟਾ ਔਰੰਗਜ਼ੇਬ ਜਿਹੜਾ ਹੈ, ਤਖਤ ਦਾ ਕਲੰਕ, ਇਹ ਆ ਗਿਆ। ਕਹਿੰਦੇ ਨੇ ਕੋਈ ਵਾਲਸ਼ਲ ਕਰਕੇ ਕੋਈ ਸਿੰਘਾਸਨ ਲੈ ਲੈਂਦਾ ਨਾ, ਉਹਦੀ ਉਹ ਯੋਗ ਨਹੀਂ ਹੁੰਦਾ, ਲੇਕਿਨ ਧਨ ਦੇ ਨਾਲ, ਛਲ ਦੇ ਨਾਲ, ਕਪਟ ਦੇ ਨਾਲ ਉਸ ਕੁਰਸੀ ਤੱਕ ਪਹੁੰਚ ਜਾਂਦਾ ਹੈ ਨਾ, ਫਿਰ ਉਹਦੇ ਕੋਲੋਂ ਅਨਰਥ ਹੀ ਅਨਰਥ ਹੁੰਦਾ ਹੈ, ਭਲਾ ਨਹੀਂ ਹੁੰਦਾ। ਆਪਣੇ ਤਿੰਨਾਂ ਭਰਾਵਾਂ ਨੂੰ ਕਤਲ ਕਰਕੇ, ਭੈਣ ਨੂੰ, ਜਹਾਂਆਰਾ ਨੂੰ ਕੈਦ ਕਰਕੇ, ਪਿਤਾ ਨੂੰ ਤਹਿਖਾਨੇ ਵਿੱਚ ਪਾ ਕੇ ਇਹ ਰਾਜ ਸੱਤਾ ਦੇ ਉੱਤੇ ਬੈਠਦਾ ਹੈ, ਸਿੰਘਾਸਨ 'ਤੇ ਬੈਠਦਾ ਹੈ। ਔਰ ਆਪਣੇ ਤਿੰਨਾਂ ਭਰਾਵਾਂ ਨੂੰ ਜਦੋਂ ਮਾਰਦਾ ਹੈ ਨਾ, ਫਿਰ ਇੱਕ ਢੋਲੀ ਨੂੰ ਮੰਗਾਉਂਦਾ ਹੈ ਕਿ ਤੂੰ ਹੁਣ ਡੱਗਾ ਵਜਾ ਅਤੇ ਮੈਂ ਨੱਚਣਾ ਹੈ। ਕਿਉਂ? ਹੁਣ ਕੰਡਾ ਕੋਈ ਨਹੀਂ ਰਿਹਾ ਰਾਜ ਦੇ ਵਿੱਚ। ਇਹ ਜਿਹੜਾ ਭਰਾਵਾਂ ਨੂੰ ਕੰਡੇ ਸਮਝਣ ਡਿਆ ਹੈ, ਉਹ ਕਿਸੇ ਦਾ ਕੀ ਲਿਹਾਜ਼ ਕਰੇਗਾ, ਪ੍ਰਜਾ ਦਾ ਕੀ ਲਿਹਾਜ਼ ਕਰੇਗਾ। ਫਿਰ ਔਰੰਗਜ਼ੇਬ ਇਸ ਦੁਸ਼ਟ ਦੇ ਹੁਕਮ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਫਿਰ ਸ਼ਾਂਤਮਈ ਸ਼ਹਾਦਤ ਹੋਈ। ਉਸ ਤੋਂ ਬਾਅਦ ਹੁਣ ਆਈਏ ਅਨੰਦਪੁਰ ਸਾਹਿਬ ਦੀ ਤਰਫ। ਜਿਹੜੀ ਅਨੰਦਪੁਰ ਸਾਹਿਬ ਦੀ ਜਗ੍ਹਾ ਹੈ ਨਾ, ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਖੁਦ ਮਾਇਆ ਦੇ ਕੇ ਮੁੱਲ ਲਈ ਸੀ, ਅਤੇ ਇਹਦਾ ਨਾਮ ਰੱਖਿਆ ਸੀ ਚੱਕ ਨਾਨਕੀ, ਆਪਣੀ ਮਾਤਾ ਜੀ ਦੇ ਨਾਮ 'ਤੇ। ਕਿਤਨੀ ਉਮਰ ਸੀ? 9-10 ਸਾਲ ਦੀ ਉਮਰ ਦੇ ਵਿੱਚ ਆਪ ਬੈਠੇ ਸਿੰਘਾਸਨ 'ਤੇ। ਰੱਬ ਦੀ ਨੀਅਤ, ਸਭ ਕੁਛ ਠੀਕ ਹੋ ਰਿਹਾ ਸੀ। ਸਤਿਗੁਰੂ ਜੀ ਖਾਲਸਾਈ ਖੇਡਾਂ, ਤਲਵਾਰ ਚਲਾਣੀ, ਘੋੜ ਸਵਾਰੀ ਇਤ ਆਦਿਕ ਉੱਥੇ ਸਿੱਖਦੇ ਸਨ, ਸਿਖਾਈ ਜਾਂਦੀ ਸੀ ਇਹ ਵਿੱਦਿਆ। ਧਰਮ ਗ੍ਰੰਥ ਜਿਹੜੇ ਪੁਰਾਤਨ ਸਨ ਉਹਨਾਂ ਦਾ ਅਧਿਐਨ ਹੁੰਦਾ ਸੀ, ਫਿਰ ਉਹਨਾਂ ਦੇ ਤਰਜਮੇ ਕੀਤੇ ਜਾਂਦੇ ਸਨ। 52 ਕਵੀ ਸਤਿਗੁਰਾਂ ਦੇ ਕੋਲ ਰਹਿੰਦੇ ਸਨ।
रोज़ कथा कीर्तन के प्रवाह चलते सन। गुरबाणी की संथ्या दे रहे ने महान विद्वान भाई मनी सिंह जी वर्गे, बाबा दीप सिंह जी वर्गे। इस तरह कह लो रणजीत नगारा वजदा सी और सतगुरां जी नूं राजे महाराजे नजराने आके भेंट करते सन। कहते ने अहंकार एक बिरती इहो जी है, ये अपने तो अगे किसी नूं भी बर्दाश्त नहीं करता। सत्ता दे विच ये बड़ी इंज कह लो भैड़ी बीमारी है। बस राज मेरे कोल ही होवे, सब मेरे अधीन होण। और राजा कदी भी नहीं रजदा राज दे नाल। राजा राज ना तृप्तिया, सायर भरे के सुख। बाहर कितना सोका पै जावे तो जिवें समुंदर नहीं सुकदा, राजे नूं कितने देशों का राज मिल जाए कदी तृप्त नहीं होंदा। मारू थल विच कितना मीह पै जाए वो कदी जिहड़ा है वो खुश्क ही रहिंदा है, कदी वो नमी दे विच नहीं आउंदा। अग कदी लकड़ियां दे नाल नहीं रजदी। बस यही हाल राजे दा है। मारू मीह ना तृप्तिया, अगी लह ना भुख, राजा राज ना तृप्तिया। हुण राजा जिहड़ा है ये शांत होके भी नहीं बहिंदा। हर वेले ख्याल रहिंदा है मैं दूसरे नूं किवें जितना है, ते मेरा कोई जिहड़ा है बागी ना उठ खलोए ते मेरे को ना खोले। पहाड़ी राजे जिहड़े ने 22 धार दे, बस इन्हां नूं यही तकलीफ सी, ये सतगुरां दी शानो शौकत नहीं देख सके। नहीं देख सके रणजीत नगारा वजदा, नहीं देख सके एक घोड़सवारी नेजाबाजी। और जिहड़े नजराने सतगुरां नूं भेंट हुंदे सन, इन्हां कोलों बर्दाश्त नहीं होए। चलो मैं थोड़ा जिहा समा इधर भी लै लावां। इतिहास बड़े प्रेम ना सुनना। अगर ये घटना मेरा मन कहता मैं ना सुनावां तो फिर थोड़ा जिहा मेरे को ही वो आत्मा नहीं मेरी मनदी कि वो घटना तो ना सुनाए। ये क्यों सारिਆਂ ने इकट्ठा घेरा पाया? आनंदपुर साहब नूं घेरा पाउण तो पहला एक दफ़ा इन्हां ने पहला भी गुरु गोबिंद सिंह जी महाराज नूं घेरिया सी, और जिहदे विच इन्हां नूं बड़ी तगड़ी हार होई सी। उदों दे ये विस घोलदे सन। और ये तो सतगुरां ने उदों अमृत तैयार ही नहीं सी कीता। अजे अमृत वाली खेड नहीं सी। वो किहड़ी खेड सी? कदों दी गल है? उस युद्ध नूं कहंदे ने भंगाणी दा युद्ध। ये राजे जिहड़े ने इकट्ठे होके सलाह करते ने कुछ करिए, तो कीता कि सूह रखो कि शाम नूं दोपहर तो बाद सतगुरु जी कुछ शिकार खेडण जाते सन, थोड़े जे सिखां नूं नाल लैके होवे ना तो उदों इन्हां नूं घेर लो तो उदों खत्म कर लो। उदों भी इन्हां दा ये मनसूबा सी। पिछे सूईए ला दिते रोज़ की तरह कि इन्ने बजे उत्थों आउंदे ने, इन्ने बजे इधर जाते ने, फिर वापस इन्ने बजे जाते ने। सारी गल तय करके फैसला किया कि अज दोपहर तो बाद जदों शिकार खेडण वास्ते गुरु गोबिंद सिंह जी आउण तो इन्हां नूं घेर लो तो खत्म कर दिओ। सतगुरु जी बड़े सहज सुभाअ दोपहर तो बाद कुछ सिखां नूं नाल लिया तो चल पे अगे इन्हां ने घेरा पा लिया। मुखिया इन्हां दा है हरीचंद हंडूरिया। हरीचंद ने अगे अपने कुछ सवार कर दिते ते कहा कि गुरु गोबिंद सिंह हुण तुसीं साडी गिरफ्त विच जे, पकड़ विच जे, हुण किते नहीं तुसीं जा सकदे, हुण तुहाडी मौत अवश्य है। जरा इधर उधर देखो, जिवें वो दिखा देंदे ना फिल्मां दे विच गुंडे गंडे सारे पासे
सारे पासे दिखाता सारिया राजियां दी फौज। गुरु गोबिंद सिंह जी महाराज सिपाही बाद विच ने ते संत पहले ने। गुरु नानक देव महाराज की गद्दी दे विराजमान ने, संत पहले ने, फकीर पहले ने। ते जिहड़ा फकीर है, संत है, वो हर वेले रब की रजा दे विच रहिंदा है, आग्या नूं खिड़े मत्थे मन लैंदा है। आग्या मैं भूख सोई कर सूखा, सोग हरख नहीं जाने हो, जो जो हुक्म भयो साहिब का, सो माथे ले माने। खुश ने महाराज के बचन बड़े ने, नानक भगतां सदा विगास। जिहड़ा भगत है वो सदा विगास विच है, खेड़े विच है। क्यों? सुने दुख पाप का नाश। और रब्बी सिफत सलाह नूं सुनदा है, मेरा सुनदा ही नहीं है, सुनिया होया मनदा भी है, ते उन्हों कोई दुख ते पाप उहदे नेड़े नहीं आंदा। सतगुरु जी ने कहा ठीक है, जिवें उहदी रज़ा है। हुण हरिचंद नूं भरोसा बड़ा है अपनी सियाणप ते, अपने छल ते, अपने कपट ते गुरु साहब नूं भरोसा है परमात्मा ते। एक संत नूं परमात्मा ते भरोसा है कि जो तुम करो सोई भाल हमरे। हरिचंद दा मन एकदम बदलदा है। कहन लगा गुरु गोबिंद सिंह जी, मैं सुनिया है कि तुसी तीर अंदाजी बहुत कमाल दे हो। ताड़ी तीर अंदाजी बाह कमाल है, और मैं चाहना कि थोड़ी जी तीर अंदाजी ताड़ी वेखनी, क्योंकि मैं भी तीर अंदाज हाँ। ते तुसी मैनू तीर अंदाजी अपनी दिखाओगे? सतगुरु कहते जिवें तेरी इच्छा, जिवें तेरी इच्छा। तो ठीक है, जिहड़े तुहाडे नाल सिख ने ना, इन्हां नूं तुसी पिछां भेज दिओ थोड़ा, ते अपनी फौज नूं मैं भी पिछां भेज देना। तुहाडा ते मेरा दोनों दा तीर अंदाजी च मुकाबला होएगा, और तुसी मैनू, मैं तीर अंदाजी ताड़ी देखना चाहना है, तुहानू मंजूर है? सतगुरु कहन लगे भी असी तेरी इच्छा, असी तो शिकार खेडन आए हाँ, पर कुदरत दे नज़ारे लैन आए हाँ, जिवें तेरी इच्छा है। कहंदा फिर मेरी एक गल सुन लो। पहली गल तो यह है कि मेरे नां तो ही मेरे दुश्मन कांबदे ने, जिस तरह का मेरा सुभाव है। सतगुरु जी कहते सुनिया है, इंज ही। फिर दूसरी गल यह है कि मेरा निशाना कदे खता नहीं जाता, गलत नहीं होंदा। सतगुरु कहते सुनिया है। तो फिर तैयार हो? सतगुरु जी कहते ठीक है, तैयार है। सामने हो गए एक दूसरे दे। हुण गुरु गोबिंद सिंह कहन लगे, देख हरिचंद, लड़न वास्ते ना कुछ जोश चाहिदा है, कुछ रोश चाहिदा है एक दूसरे दे प्रति। ते अस फकीर ते अजे शांति दे साखर विच आनंद लै रहा है, कि साडी इच्छा ही कोई नहीं। तेरी इच्छा है ते फिर पहले वार तू साडे ते कर, क्योंकि तू बिल्कुल तैयार है लड़न नूं। कहंदा ठीक है जी। ते मन में सोचदा है, गुरु जिहड़ा है ना बड़ा भोला है, दुश्मन नूं वार करन दा मौका दे रहा है। सतगुरु कहंदे चलाओ तीर, पहले तुसी चलाओ। हुण हरिचंद जिहड़ा है तीर नूं कमान दे उत्ते रखदा है। हुण जिस तरह दा छल कपटी सुभाअ सी, ज्यों ही तीर खिंचण लगा ना, ते मन दे विच छल आ गया। कहन लगा इस तरह जे कीता जाए, तीरंदाजी नूं की वेखना है, इन्हां दे घोड़े नूं पहलां मार दिता जाए, ते फिर ये घोड़े तो बिना रह जाणगे,
तो फिर असी इन्हों घोड़ियां दियां टापां नाल ही लताड़ देंगे। ये विचार करके सतगुरां दे सामने निशाना उन्हें लाया, पर सतगुरां नूं निशाना नहीं बनाया, घोड़े नूं निशाना बना लिया। ये बोल गुरु गोबिंद सिंह जी महाराज दे बचित्र नाटक दे विच दर्ज ने। श्री मुखवाक पातशाही 10वीं। हरि चंद कोपे कमानंग संभारंग। हरि चंद गुस्से विच आया, कमान पकड़ी। प्रथम बाजियंग तान बाणंग प्रहारंग। पहला निशाना उन्हें घोड़े का ला लिया और तीर खिंच के चला दिता, ते सतगुरां घोड़ा इधर उधर कर लिया, तीर खाली निकल गया। महाराज कहन लगे, हरिचंद तू कैसा योद्धा है? युद्ध के कुछ असूल होंदे ने, जानवर ते वार नहीं करना, निहत्ते ते वार नहीं करना, बजुर्ग ते वार नहीं करना, औरत ते वार नहीं करना, डिगे होए ते वार नहीं करना। तू सारे असूल सिक्के ते टंग के अपने आप को योद्धा समझण वाला एक जानवर दे नाल लड़ रहे हैं। लज्जत होया, शर्मिंदा होया, एक डर भी आया कि सुनिया ये निशानची बड़े तगड़े ने, हुण इन्हां दी वारी है, पता नहीं की बनेगा। सतगुरु कहन लगे, हरिचंद अजे भी फकीर दी शांति नूं कोई फर्क नहीं पिया। एक मौका तेनों होर देने आ, तू फिर साडे ते वार कर। खुश हो गया हरिचंद, कहंदा गुरु दी उम्र नहीं छोटी, समझ भी छोटी है। एक बार खाली चला गया है, जरूरी थोड़ा कि दूसरा भी खाली चला जाए। मौका दे रहा है। सतगुरु कहंदे चला तीर। हुण हरिचंद तीर फिर कमान ते चढ़ाउंदा है ते सतगुरां दे मस्तक दा निशाना बना लैंदा है। हुण महाराज लिखदे ने, दुती तीर ताक मोको चलायन। दूसरा तीर उन्हें साडे मस्तक नूं, मुखड़े नूं तक के चलाया, निशाना साडे मुखड़े दा बनाया। दुती तीर ताक मोको चलायन, रखयंग दैव कान शिवह के सिधायन। सतगुरु कहते ने, दैव कहते ने परमात्मा नूं जो दयालु कृपालु है। साडी उस अकाल पुरख ने रखिया कीती, तीर कन दे लागों छू के लंघ गए। मैदाने जंग दे विच भी एक संत दा प्रमाण है। ये नहीं कि अपनी सियाणपना बच्चियां इस तरह किया, नहीं। रखयंग दैव कान शिवै के सिधायन, कन नूं छू के तीर लंघ गया। हुण ते हरिचंद दा रंग जरद हो गया कि हुण वारी इन्हां दी है, हुण की बनेगा। सतगुरु कहन लगे, हरिचंद सच्चाई तो यह है कि अजे भी फकीर आनंद दे विच ही है। जे एक मौका तेनों होर देने आ, तू फिर साडे ते वार कर। इत्थे इतिहासकार ऐसा लिखते हैं, ये कोई सिपाही नहीं इस तरह कर सकता। इत्थे कोई संत है जिहड़ा मौत दे नाल भी मखौलां कर रहा है, मैदाने जंग दे विच भी ये सबूत दे रहा है। कहंदे हुण हरिचंद ने देखिया कि जान फिर बच गई। तीसरा तीर हरिचंद जिहड़ा है वह कमान ते चढ़ाउंदा है, आखिर योद्धा सी। तीसरा निशाना सतगुरां दी नाभि दा बनाउंदा है। यह नाभि जिन्हों असीं धुनी कहने हैं, ये सारियां नाड़ियां दा संग्रह है और आखिरी प्राण भी इहदे विच हुंदा है। किसी कारण भी जब मौत हुंदी है ना, ये गंढ खुल जाती है। आज काल खुलै तेरी गांठली, ਇਹਦੇ ਵਿੱਚ कोई असी जोर की उंगल भी कोई मार देवे ना तो बंदा इकट्ठा हो जाता है। हुण निशाना इन्हें बनाया नाभि का। और सतगुरु जी जदों, सतगुरु जी की हर घोड़सवार जदों घोड़े की सवारी करता है ना, एक चमड़े की पेटी जिहड़ी है ना इहदे उपर बन्नी जाती है ताकि तेज घोड़ा दौड़े
ਤੇ ਉਹ ਧਰਨ ਆਦਿਕ ਨਾ ਪਵੇ। ਉਹ ਸਤਿਗੁਰਾਂ ਨੇ ਪੇਟੀ ਬੰਨੀ ਹੋਈ ਸੀ, ਉੱਪਰ ਜਾਮਾ ਸੀ, ਉੱਪਰ ਕਮਰ ਕੱਸੇ ਦੀ ਗੰਢ ਇੱਥੇ ਲੱਗੀ ਹੁੰਦੀ ਹੈ। ਕਹਿੰਦੇ ਨੇ ਤੀਸਰਾ ਤੀਰ ਉਹਨੇ ਚਲਾਇਆ, ਤੀਰ ਨਿਸ਼ਾਨੇ ਤੇ ਲੱਗਿਆ। ਕਲਗੀਧਰ ਲਿਖਦੇ ਨੇ ਤ੍ਰਿਤੀ ਤੀਰ ਮਾਰਿਓ ਸੋ ਪੇਟੀ ਮਝਾਰਨ। ਤੀਸਰਾ ਤੀਰ ਮਾਰਿਆ ਪੇਟੀ ਦੇ ਵਿੱਚ। ਬਿਦਿਕ ਚਿਲਕਤ ਦੁਆਰ ਪਾਰ ਪਧਾਰਨ। ਪਹਿਲੇ ਉਹਨੇ ਕਮਰ ਕੱਸੇ ਨੂੰ ਵਿੰਨਿਆ, ਫਿਰ ਉਹਨੇ ਸਤਿਗੁਰਾਂ ਦੇ ਜਾਮੇ ਨੂੰ ਵਿੰਨਿਆ, ਤੇ ਫਿਰ ਉਹਨੇ ਪੇਟੀ ਨੂੰ ਵਿੰਨਿਆ, ਤੇ ਥੋੜ੍ਹਾ ਜਿਹਾ ਚਰਮ ਦੇ ਵਿੱਚ ਵੀ ਖੁੱਭ ਗਿਆ ਜਾ ਕੇ। ਕੁਛ ਖੂਨ ਨਿਕਲਿਆ, ਕੁਛ ਤਨ ਨੂੰ ਪੀੜਾ ਹੋਈ। ਵਿਦਿਅਕ ਚਿਲਕਤ ਦੁਆਰ ਪਾਰ ਪਧਾਰਨ। ਚੁਬੀ ਚੁੰਚ ਚਰਮੰ ਕਛੂ ਘਾਏ ਨਾ ਆਇਨ। ਚੁੰਝ ਤੀਰ ਦੀ ਖੁੱਭ ਗਈ ਥੋੜ੍ਹੀ ਜਿਹੀ ਸਰੀਰ ਵਿੱਚ। ਮਹਾਰਾਜ ਕਹਿੰਦੇ ਕੋਈ ਵੱਡਾ ਜ਼ਖਮ ਨਹੀਂ ਹੋਇਆ। ਤੇ ਫਿਰ ਕੀ ਕਹਿੰਦੇ ਨੇ, ਕਲੰ ਕੇਵਲੰ ਜਾਨ ਦਾਸ ਬਚਾਇਨ। ਅਕਾਲ ਪੁਰਖ ਨੇ ਆਪਣਾ ਦਾਸ ਜਾਣ ਕੇ ਸਾਨੂੰ ਬਚਾ ਲਿਆ। ਇਹ ਹੈ ਸੰਤ ਦਾ ਸਬੂਤ। ਜਿਸ ਵੇਲੇ ਕੁਛ ਖੂਨ ਨਿਕਲਿਆ, ਕੁਛ ਪੀੜਾ ਹੋਈ, ਸਤਿਗੁਰੂ ਜੀ ਕਹਿੰਦੇ ਫਿਰ ਸਾਨੂੰ ਵੀ ਜੋਸ਼ ਆਇਆ। ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਕਰੰਗ ਲੈ ਕਮਾਨੰ ਹਨੰਗ ਤਾਣ ਬਾਣ ਤਾਣੰ। ਉਸ ਵੇਲੇ ਅਸੀਂ ਫਿਰ ਕਮਾਨ ਕੱਢ ਲਈ। ਸਭੇ ਵੀਰ ਖਾਏ ਸਰੋਗੰ ਚਲਾਏ। ਕਹਿੰਦੇ ਫਿਰ ਉਹਨੂੰ ਤੀਰਅੰਦਾਜ਼ੀ ਦਿਖਾਈ। ਮਾਰਿਆ ਨਹੀਂ ਤੀਰ ਉਹਨੂੰ, ਬਿਲਕੁਲ ਨਜ਼ਦੀਕ, ਇੱਧਰ ਉੱਧਰ, ਉੱਪਰ ਥੱਲੇ। ਉਹਨੂੰ ਛੇਤੀ ਛੇਤੀ ਤੀਰਾਂ ਦੀ ਅੰਦਾਜ਼ੀ ਦਿਖਾਈ, ਅੰਦਾਜ਼ ਦਿਖਾਏ। ਦੰਗ ਰਹਿ ਗਿਆ ਕਿ ਗੁਰੂ ਕੋਲ ਇਸ ਤਰ੍ਹਾਂ ਦੀ ਅੰਦਾਜ਼ੀ ਹੈ। ਤੇ ਹੁਣ ਅੱਗੇ ਲਾ ਕੇ ਭੱਜਣ ਲੱਗਾ। ਸਤਿਗੁਰੂ ਕਹਿੰਦੇ ਨਹੀਂ, ਹੁਣ ਸਿਪਾਹੀ ਜਾਗ ਪਿਆ ਹੈ, ਤੇ ਸਿਪਾਹੀ ਦਾ ਪੀਰ ਸ਼ਸਤਰ ਹੈ। ਮਹਾਰਾਜ ਤੇ ਬਚਨ ਕਰਦੇ ਨੇ, ਸੈਫ ਸਰੋਹੀ ਸਹਿਥੀ ਯਹੀ ਹਮਾਰੇ ਪੀਰ। ਹੁਣ ਕਹਿੰਦੇ ਹੁਣ ਤੂੰ ਖੁਦਾ ਦਾ ਵਾਸਤਾ ਵੀ ਪਾਵੇਂ ਨਾ ਹਰੀਚੰਦ, ਹੁਣ ਮੁਸ਼ਕਲ ਹੈ। ਦੌੜਦੇ ਦੌੜਦੇ ਨੂੰ ਸਤਿਗੁਰਾਂ ਨੇ ਤੱਕ ਕੇ ਇੱਕੋ ਹੀ ਤੀਰ ਮਾਰਿਆ, ਜ਼ਮੀਨ ਤੇ ਸੁੱਟ ਦਿੱਤਾ। ਤਬੈ ਤਾਕ ਬਾਣੰ ਹਨਿਓ ਇੱਕ ਜਵਾਨੰ 100 ਕਰੋੜ ਰਾਇਨ ਵਹੇ ਕਾਲ ਕਾਇਨ। ਡਿੱਗਦਿਆਂ ਸਾਰੀ ਤੀਰ ਦੇ ਨਾਲ ਉਹਦੀ ਮੌਤ ਹੋ। ਹਰੀ ਚੰਦ ਮਾਰੇ ਸੋ ਜੋਧਾ ਲਤਾਰੇ। ਹਰੀ ਚੰਦ ਦੇ ਮਰਨ ਦੀ ਢੇਰ ਸੀ, ਸਾਰੀ ਫੌਜ ਭੱਜ ਗਈ। ਕਹਿੰਦੇ ਨੇ ਭਾਈ ਜੀਤ ਮੇਰੀ ਕਿਰਪਾ ਕਾਲ। ਜਿੱਤ ਮੇਰੀ ਹੋਈ, ਅਕਾਲ ਪੁਰਖ ਕਿਰਪਾ ਤੇਰੀ ਹੈ। ਰਣੰਗ ਜੀਤੇ ਆਏ ਜੈ ਅੰਗ ਗੀਤ ਗਾਏ। ਤਨ ਅੰਗ ਧਾਰ ਬਰਖੈ ਸਭੇ ਸੂਰ ਹਰਖੈ। ਸਾਰੇ ਯੋਧੇ ਬੜੇ ਖੁਸ਼ ਨੇ, ਘਰ ਆਏ ਨੇ। ਤੇ ਇੱਕ ਆਉਂਦਿਆਂ ਨੂੰ ਖੁਸ਼ੀ ਦੀ ਖਬਰ ਮਿਲੀ ਕਿ ਸਤਿਗੁਰੂ ਜੀ, ਅਕਾਲ ਪੁਰਖ ਦੀ ਕਿਰਪਾ ਦੇ ਨਾਲ ਤੁਹਾਡੇ ਘਰ ਪੁੱਤਰ ਦੀ ਦਾਤ ਆਈ। ਆਪ ਜੀ ਦੇ ਸਾਹਿਬਜ਼ਾਦਾ ਹੋਇਆ ਹੈ। ਤੇ ਸਤਿਗੁਰੂ ਜੀ ਕਹਿਣ ਲੱਗੇ, ਅੱਜ ਅਸੀਂ ਪਹਿਲੀ ਜੰਗ ਜਿੱਤ ਕੇ ਆਏ ਹਾਂ, ਤੇ ਇਹਦਾ ਨਾਮ ਅਜੀਤ ਸਿੰਘ ਰੱਖਿਓ। ਇਹ ਜਿੱਤਿਆ ਨਹੀਂ ਜਾਏਗਾ। ਬਸ ਇਹੀ ਕਾਰਨ ਸੀ ਕਿ ਸਭ ਵਿਸ ਘੋਲਦੇ ਸਨ। ਹਾਰ ਗਏ ਸਾਰੇ। ਆਨੰਦਪੁਰ ਸਾਹਿਬ ਨੂੰ ਹੁਣ ਘੇਰਾ ਪੈ ਗਿਆ, ਸਿੱਧੇ ਇੱਥੇ ਆ ਜਾਈਏ। 8 ਮਹੀਨੇ ਦੇ ਕਰੀਬ ਘੇਰਾ ਰਿਹਾ ਹੈ। ਆਖਰ ਰਸਤ ਪਾਣੀ ਮੁੱਕ ਗਿਆ। ਉਹ ਪ੍ਰਸਾਦੀ ਹਾਥੀ ਛੋਟੇ ਜਿਹੇ ਕੱਦ ਦਾ, ਸੁੰਡ ਤੋਂ ਲੈ ਕੇ ਤੇ ਪੂਛ ਤੱਕ ਕਾਲੀ ਧਾਰੀ ਜਾਂਦੀ ਸੀ, ਚਿੱਟੇ ਰੰਗ ਦਾ ਹਾਥੀ ਸੀ ਕਹਿੰਦੇ। ਔਰ ਇਹ ਬੜੇ ਕਰਤੱਵ ਕਰਦਾ ਸੀ। ਸੁੰਡ 'ਚ ਪਾਣੀ ਭਰ ਲੈਂਦਾ ਸੀ ਤੇ ਸਤਿਗੁਰਾਂ ਦੇ ਚਰਨ ਧੋਂਦਾ ਸੀ। ਚੌਰ ਸਾਹਿਬ ਲੈ ਕੇ ਸੁੰਡ ਦੇ ਨਾਲ ਚੌਰ ਕਰਦਾ ਸੀ। ਤੀਰ ਸਤਿਗੁਰੂ ਜੀ ਇੰਝ ਕਰ ਦਿੰਦੇ ਸਨ, ਫੜ ਕੇ ਲਿਆਂਦਾ ਸੀ। ਅੱਜ ਉਹ ਪ੍ਰਸਾਦੀ ਹਾਥੀ ਭੁੱਖ ਦੇ ਨਾਲ ਸਾਹਮਣੇ ਸਤਿਗੁਰਾਂ ਦੇ ਜਾਨ ਦੇ ਗਿਆ। ਅਨੇਕਾਂ ਸਿੰਘ ਜਿਹੜੇ ਸੀ ਭੁੱਖ ਦੇ ਦੁੱਖ ਨਾਲ, ਬਿਮਾਰੀ ਦੇ ਨਾਲ ਚੜ੍ਹਾਈ ਕਰ ਗਏ। ਆਖਰ ਇਹਨਾਂ ਨੇ ਇੱਕ ਫੈਸਲਾ ਕੀਤਾ ਵੀ ਘੇਰਾ ਤੇ ਅਜੇ
ਪਾ ਹੀ ਰੱਖਿਆ, ਪਰ ਅੱਗੋਂ ਉਹ ਹਾਰ ਨਹੀਂ ਮੰਨ ਰਹੇ। ਚਲੋ ਹੁਣ ਕੰਮ ਲਈਏ ਕੁਟਲ ਨੀਤੀ ਤੋਂ। ਫਿਰ ਕਹਿ ਦਿੱਤਾ ਕਿ ਤੁਸੀਂ ਬਾਹਰ ਆ ਜਾਓ, ਤੁਹਾਨੂੰ ਕੋਈ ਕੁਛ ਨਹੀਂ ਕਹੇਗਾ। ਕਸਮ ਖਾ ਲਈ। ਆਟੇ ਦੀ ਗਊ ਬਣਾ ਕੇ ਥਾਲੀ 'ਚ ਰੱਖੀ, ਇੱਕ ਛੁਰੀ ਰੱਖੀ, ਜੇ ਅਸੀਂ ਕੁਛ ਛਲ ਕਪਟ ਕਰੀਏ ਤਾਂ ਗਊ ਸਾਡੀ ਮਾਂ ਹੈ, ਅਸੀਂ ਗਊ ਦਾ ਜ਼ਿਬਾ ਕਰੀਏ ਉਹਨੂੰ। ਤੋ ਇਸ ਤਰ੍ਹਾਂ ਕਸਮ ਖਾ ਕੇ ਪੰਮਾ ਪ੍ਰੋਹਤ ਲੈ ਕੇ ਗਿਆ। ਸਿੱਖ ਵੀ ਕਹਿਣ ਲੱਗੇ ਕਿ ਸਤਿਗੁਰੂ ਜੀ ਕਹਿੰਦੇ ਨੇ ਤੇ ਹੁਣ ਕਿਸ ਤਰ੍ਹਾਂ ਦੀ ਹਾਲਤ ਹੈ? ਮਹਾਰਾਜ ਕਹਿੰਦੇ ਇਹਨਾਂ ਦੇ ਅੰਦਰ ਕਪਟ ਹੈ। ਚਲੋ ਤੁਹਾਨੂੰ ਦਿਖਾ ਦਿੰਦੇ ਹਾਂ। ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਇਹਨਾਂ ਨੂੰ ਕਹੋ ਕਿ ਪਹਿਲਾਂ ਸਾਡਾ ਖਜ਼ਾਨਾ ਬਾਹਰ ਜਾਏਗਾ, ਅਸੀਂ ਬਾਅਦ ਵਿੱਚ ਆਵਾਂਗੇ। ਕਹਿੰਦੇ ਠੀਕ ਹੈ। ਤੋ ਜਿਹੜੀਆਂ ਕੁਛ ਖੱਚਰਾਂ ਜਾਂ ਕੋੜੇ ਬੱਚੇ ਸਨ, ਉਹਨਾਂ ਦੇ ਉੱਪਰ ਪੁਰਾਣੇ ਵਸਤਰ, ਪੁਰਾਣੀਆਂ ਜੁੱਤੀਆਂ ਟੁੱਟੀਆਂ ਹੋਈਆਂ, ਕੁਛ ਮੋਏ ਪਸ਼ੂਆਂ ਦੇ ਹੱਡ, ਪੁਰਾਣੇ ਟੁੱਟੇ ਭੱਜੇ ਬਰਤਨ, ਉਹ ਲੱਦ ਕੇ ਉੱਪਰ ਦਸ਼ਾਲੇ ਸੋਹਣੇ ਪਾ ਦਿੱਤੇ ਤੇ ਕਿਹਾ ਇਹਨੂੰ ਬਾਹਰ ਕੱਢੋ, ਇਹਨਾਂ ਦੀ ਨੀਅਤ ਦਾ ਪਤਾ ਚੱਲ ਜਾਏਗਾ। ਜਿਸ ਵੇਲੇ ਉਹਨਾਂ ਨੂੰ ਬਾਹਰ ਕੱਢਿਆ, ਘੋੜਿਆਂ ਤੇ ਖੱਚਰਾਂ ਨੂੰ ਮਨ ਡੋਲ ਗਏ। ਗੁਰੂ ਨੂੰ ਤੇ ਬਾਅਦ 'ਚ ਫੜ ਲਾਂਗੇ, ਪਹਿਲਾਂ ਗੁਰੂ ਦਾ ਖਜ਼ਾਨਾ ਲੁੱਟੋ। ਧਾ ਕੇ ਪੈ ਗਏ, ਜੋ ਕਿਸੇ ਦੇ ਹੱਥ ਆਇਆ ਲੈ ਕੇ ਤੰਬੂਆਂ 'ਚ ਚਲੇ ਗਏ। ਤੇ ਜਾਂ ਖੋਲ ਕੇ ਵੇਖਿਆ ਤੇ ਕੀ ਨਿਕਲਿਆ? ਟੁੱਟੀਆਂ ਜੁੱਤੀਆਂ, ਪਸ਼ੂਆਂ ਦੇ ਹੱਡ, ਪੁਰਾਣੇ ਫਟੇ ਬਰਤਨ, ਬਸਤਰ, ਟੁੱਟੇ ਭਾਂਡੇ ਕੱਚੇ। ਸਤਿਗੁਰੂ ਜੀ ਕਹਿੰਦੇ ਇਹ ਆ ਇਹਨਾਂ ਦੇ ਵਿੱਚ। ਫਿਰ ਕਹਿੰਦੇ ਨੇ ਕੁਝ ਸਮੇਂ ਬਾਅਦ ਇਹਨਾਂ ਨੇ ਫਿਰ ਕੁਰਾਨ ਦੀ ਕਸਮ ਖਾਧੀ। ਲਿਖਤੀ ਰੂਪ ਦੇ ਵਿੱਚ ਵੀ ਦਿੱਤਾ। ਕੁਰਾਨ ਦੇ ਉੱਤੇ ਇੱਕ ਪਾਸੇ ਲਿਖ ਕੇ ਕਿ ਕਸਮ ਖਾਂਦੇ ਹਾਂ ਔਰੰਗਜ਼ੇਬ ਵੱਲੋਂ ਕਿ ਹੁਣ ਐਸਾ ਕੁਛ ਨਹੀਂ ਹੋਏਗਾ, ਤੁਸੀਂ ਕਿਲ੍ਹੇ ਨੂੰ ਬਾਹਰ ਆ ਜਾਓ ਕਿਲ੍ਹੇ ਤੋਂ। ਸਤਿਗੁਰੂ ਜੀ 21 ਦਸੰਬਰ ਦੀ ਰਾਤ ਨੂੰ ਉਹ ਕਿਲ੍ਹਾ ਖਾਲੀ ਕਰਦੇ ਨੇ 1704 ਦੇ ਵਿੱਚ। ਵਿਉਂਤਬੰਦੀ ਕੀ ਬਣਾਈ ਹੈ ਕਿ ਕਿਲ੍ਹੇ 'ਚੋਂ ਨਿਕਲਣਾ ਹੈ ਨਾ, ਜਦੋਂ ਸਤਿਗੁਰਾਂ ਨੂੰ ਪਤਾ ਸੀ ਕਿ ਇਹਨਾਂ ਨੇ ਫਿਰ ਹਮਲਾ ਕਰਨਾ ਹੈ, ਵਿਉਂਤਬੰਦੀ ਇੰਝ ਬਣਾਈ। ਭਾਈ ਦਇਆ ਸਿੰਘ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਦਇਆ ਸਿੰਘ ਜੀ, ਧਰਮ ਸਿੰਘ ਜੀ, ਹਿੰਮਤ ਸਿੰਘ ਜੀ, ਤੁਸੀਂ ਸਾਰਿਆਂ ਨੇ ਅੱਗੇ ਲੱਗਣਾ ਹੈ, ਤੁਹਾਡੇ ਤੋਂ ਪਿੱਛੇ ਕੁਛ ਕੁ ਸਿੰਘ ਹੋਣਗੇ। ਫਿਰ ਵਿਚਕਾਰ ਦੋਨੋਂ ਸਤਿਗੁਰਾਂ ਦੇ ਮਹਿਲ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਜੀ ਹੋਣਗੇ, ਇਹਨਾਂ ਦੇ ਨਾਲ ਸਤਿਕਾਰਯੋਗ ਭਾਈ ਮਨੀ ਸਿੰਘ ਜੀ ਹੋਣਗੇ, ਤੇ ਨਾਲ ਇਹਨਾਂ ਦੇ ਪਿੱਛੇ ਮਾਤ ਗੁਜਰੀ ਜੀ ਹੋਣਗੇ। ਔਰ ਜਿਨ੍ਹਾਂ ਨੇ ਇੱਕ ਸਾਹਿਬਜ਼ਾਦੇ ਨੇ ਮਾਤਾ ਜੀ ਨੂੰ ਅਗਲੇ ਪਾਸੇ ਬਹਿ ਕੇ ਗਲੇ ਗਲਵੱਕੜੀ ਪਾਈ ਹੈ, ਇੱਕ ਨੇ ਪਿਛਲੇ ਪਾਸਿਓਂ ਪਾਈ। ਇਹ ਹੋਣਗੇ, ਇਹਨਾਂ ਦੇ ਪਿੱਛੇ ਫਿਰ ਕੋਈ ਸਿੰਘ ਹੋਣਗੇ। ਫਿਰ ਅੱਗੇ ਅਜੀਤ ਸਿੰਘ ਹੋਣਗੇ, ਅਸੀਂ ਹੋਵਾਂਗੇ। ਤੇ ਪਿਛਲੇ ਪਾਸੇ ਜਿਹੜੇ ਹੈ ਨਾ ਭਾਈ ਉਦੇ ਸਿੰਘ ਜੀ, ਜੋ ਭਾਈ ਮਨੀ ਸਿੰਘ ਜੀ ਦੇ ਬੇਟੇ ਨੇ, ਉਹ ਹੋਣਗੇ। ਨਾਲ ਸਾਡਾ ਸਾਹਿਬਜ਼ਾਦਾ ਅਜੀਤ ਸਿੰਘ ਹੋਏਗਾ। ਇਸ ਵਿਉਂਤ ਦੇ ਨਾਲ ਆਪਾਂ ਬਾਹਰ ਨਿਕਲਣਾ ਹੈ। ਹੁਣ ਪਿੱਛੇ ਸਾਹਿਬਜ਼ਾਦਾ ਕਿਉਂ ਹੈ? ਸਤਿਗੁਰਾਂ ਨੂੰ ਪਤਾ ਹੈ ਕਿ ਹਮਲਾ ਪਿਛਲੇ ਪਾਸਿਓਂ ਹੋਣਾ ਹੈ, ਇਸ ਕਰਕੇ ਆਪਣੇ ਸਪੁੱਤਰ ਨੂੰ ਪਿੱਛੇ ਖਿਲਾ ਰਿਹਾ। ਜਦ ਕਿਲ੍ਹੇ ਦੇ ਵਿੱਚੋਂ ਨਿਕਲਣ ਤੋਂ ਪਹਿਲਾਂ ਭਾਈ ਗੁਰਬਖਸ਼ ਸਿੰਘ ਨੂੰ ਕਹਿੰਦੇ ਨੇ, ਉਦਾਸੀ ਨੂੰ, ਕਿ ਜਿੱਥੇ ਸਤਿਗੁਰਾਂ ਦੇ ਸੀਸ ਦਾ ਸੰਸਕਾਰ ਹੋਇਆ ਸੀ, ਉੱਥੇ ਤੂੰ ਸੇਵਾ ਸੰਭਾਲ ਕਰਨੀ ਹੈ। ਜ਼ਿੰਮੇਵਾਰੀ ਦਿੰਦੇ ਨੇ ਉਹਨੂੰ, ਬਖਸ਼ਿਸ਼ਾਂ ਕਰਦੇ ਨੇ। ਆਪ ਕਿਲ੍ਹੇ ਦੇ ਵਿੱਚੋਂ ਜਦ ਬਾਹਰ ਆਉਂਦੇ ਨੇ, ਮੀਂਹ ਪੈ ਰਿਹਾ ਹੈ, ਠੰਡ ਵੀ ਹੈ। ਕਹਿੰਦੇ ਨੇ ਇਹਨਾਂ ਨੇ ਕਿਹਾ ਕਿ ਹੁਣ ਆਨੰਦਪੁਰ ਸਾਹਿਬ ਦੀਆਂ ਜਿਹੜੀਆਂ ਪਹਾੜੀਆਂ ਜਾਂ ਕਿਲ੍ਹਾ, ਇਹਦੇ ਵਿੱਚੋਂ ਇਹਨਾਂ ਨੂੰ ਬਾਹਰ ਨਿਕਲ ਲੈਣ ਦਿਓ, ਤਾਂ ਕਿ ਕੋਈ ਓਟ ਨਾ ਇਹਨਾਂ ਦੇ ਕੋਲ ਰਹਿ ਜਾਏ ਲੜਨ ਵਾਸਤੇ। ਮੈਦਾਨ ਦੇ ਵਿੱਚ ਆ ਜਾਣਗੇ ਤੇ ਉੱਥੇ ਅਸੀਂ ਇਹਨਾਂ ਦੇ ਨਾਲ ਕਰਾਂਗੇ ਲੜਾਈ।
चुप करके बैठे रहे। देखिया कि हुणे काफ़ी दूर थोड़े जे अपने किले चों बाहर मैदान नूं निकल गए ने ते पिछों इन्हां ने हमला कर दिता। हमला कर दिता, ललकार मारी कि हुण आनंदपुर साहब दीयां पहाड़ियां नहीं हैगियां भी जिथे पहाड़ियां दी ओट लै लोगे, ते ना ही ये किला है, हुण ते मैदान है। अपने हथियार जिहड़े ने वो थल्ले रख दिओ ते तुहाडी जान बख्शी जाएगी, नहीं तो सब नूं खत्म कर दिता जाए। ये ललकार कीती ते अगों बाबा अजीत सिंह जी ने ललकार का जवाब दिता कि सानू शास्त्र पकड़ाए ने साडे पिता गुरु गोबिंद सिंह जी महाराज ने। ये शास्त्र उदों ही हथों निकलणगे जदों साडे तन दे विच सुआस नहीं रहणगे। उन्हां दे अकाल पुरख दे कोलों वर मंगिया सी, बेनती की सी, दे शिवा बर मोए यह शुभ कर्मन ते कब हूँ ना टरूं और सो जब जाए लरूं। और कहते ने दुश्मन को ना डरों और सो जब जाए लरूं, निश्चय कर अपनी जीत करूं और सिख हों अपने ही मन कहो, ये लालच हों गुण तो उचरों, जब आपकी औद निधान बने अत ही रण में तब जूझ मरो। उसी हथियार सुट्टन की गल करते हो, मुकाबला करो। इन्हां दो योधिया ने जरनैलों ने फौज नूं रोकी रखिया है। तीर चलाते रहे ने, वो भी छुप के चलाते रहे ने। काफला अगे निकल गया। देखिया भाई उदय सिंह जी ने कि हुण तीर खत्म हो गए ने, हुण इत्थे शहादत ही है। कहन लगे अजीत सिंह नूं, अजीत सिंह जी तुसी चले जाओ, इत्थे हुण शहादत तो बिना होर कुछ नहीं है, इत्थे असी शहादत का जाम पीवांगा मैं, तुसी अपने काफले नाल जा रलो। अजीत सिंह कहते ये नहीं हो सकता, मैं भी इत्थे ही शहीदी पावांगा। पर जब उदय सिंह जी ने कहा कि अजीत सिंह जी तुहाडी अजे पंथ नूं बहुत लोड़ है और पंथ का वास्ता है, तुसी चले जाओ। ना चाहदियां होया अजीत सिंह जिहड़े सी चले गए और किरपान दे नाल युद्ध कीता उदय सिंह ने। उस तो बाद फिर उदय सिंह की शहीदी हुई है। सब तो पहला आनंदपुर साहब के किले तो अगे जाके ते सरसा तो कुछ पिछे रल गए ने काफले दे नाल जाके अजीत सिंह ते पिछे भाई जैता जी जीवन सिंह जिहड़े ने, इन्हां दोनों ने फिर कमान संभाली है। काफला चला गया है सरसा दे करीब ते फौज अगे आ गई है। इन्हां फिर दोनों ने रोकी रखिया है। जिन्नी देर रोकी रखिया है, देखिया कि हुण कोई चारा नहीं चलता, तो जीवन सिंह जी ने भी यही गल कही है कि अजीत सिंह तुसी हुण काफले दे नाल जा रलो, मैं हुण इत्थे शहीदी नूं प्राप्त करांगा, होर इत्थे कोई चारा नहीं है। अजीत सिंह नहीं जाना चाहते सन, मजबूर किया जीवन सिंह जी ने, वड्डे सन और इहो जे बचन कहे। मजबूरी दे विच अजीत सिंह फिर चले गए और दूसरा शहीद होया है बाबा जीवन सिंह इत्थे सरसा दे थोड़ी दूर। उत्थे फिर कहते सतगुरां ने दीवान लगाया है, आसा जी दी वार दा कीर्तन किया है, मींह पै रहा है। आखिर फैसला होया कि भावें सरसा बड़ी चढ़ी हुई है, दुश्मन पिछे है बिल्कुलों, हुण घोड़े सरसा दे विच ठेल दिओ। कहंदे ने काफ़ी सिंह सन किले दे विचों आए, पर जद सरसा दे विच घोड़े ठेले ना, सरसा का तेज पानी का जिहड़ा बहाव सी, बहुत सारे सिंघां नूं जो बेचारे कमज़ोर सन, बीमार सन, रोड़ के लै गए। 40-45 सिख जिहड़े ने सिंह वो बाहर गए ने। देवनेत दे नाल माता जी भी
सरसा दे पार हो गए ने। हुण जद सरसा दे पार चले गए ने, फौज जिहड़ी है आई ते देखिया पानी दा बड़ा चढ़ाव। हुण किहड़ा मौत कबूल करे? वो ते नौकरी पेशे वाले सन, इधर दिली प्रेम सी जाना नशावर करन वाले सन। ये ते सरसा विच ठिल गए, लेकिन फौज का सरसा विच ठिलन का हौसला नहीं पिया। सरसा तो पार हो गए और फौज ने कह दिता, कह देंगे बहुत सरसा चढ़ी सी, की करिए। ये उरार ही रह गए। उत्थे फिर सतगुरां दे परिवार जिहड़ा है तिन्नां हिस्सियां विच वंडिया जाता है। एक माता सुंदरी जी ते माता साहब देवा जी, कलगीधर पिता जी भाई मनी सिंह जी नूं ते शायद कोई सिख होर नाल होएगा, एक दो सिख, इन्हां नूं भेज देंदे ने दिल्ली की तरफ। दिल्ली की तरफ क्यों भेजते ने? भाई लखी शाह वणजारा जिहड़ा है ना, वो भाई मनी सिंह जी दे सहुरा साहब ने। मातावां नूं उधर भेज देंदे ने। इधरों बजुर्ग माता मात गुजरी जी ते बच्चे ते गंगू रसोईया जिहड़ा जो माता दे नाल नाल सी, इधर अंधेरे दे विच रस्ता जिहड़ा है वो भटक जाते हैं। सतगुरु जी अगले पार बैठ जाते हैं मैदान दे विच, ते माता जी जिहड़े ने वो दूर देख लैंदे ने, किते एक झुग्गी च दीवा बल रहा है, वो दीवे की रोशनी नूं कोई समझ के उधर नूं चले जाते हैं। ते जद जाके देखते ने माता जी, वो झुग्गी चों बाहर आउंदा है, पुछदा है कौन? ते माता जी उस वेले देखो, माता जी किते भी अपना नाम नहीं लेंदे। माता जी कहते ने मैं गुरु गोबिंद सिंह जी की माँ, ये गुरु गोबिंद सिंह जी के लाल ने। तो कुम्मा माशकी सी, उहदियां अखां पार आउंदियां ने, क्योंकि वह हिंदू सी। पहले मुगलों के जोर करके उहदे परिवार ने फिर इस मजबूरी विच इस्लाम नूं धारण कीता सी। उन्हें हाथ जोड़े, मत्था टेकिया माता जी नूं कि माता जी है तो मैं हिंदू सी, पर इस वेले जबरदस्ती इन्हां मैनूं मुसलमान बनाया है, तो माता जी मैं तुहाडी की सेवा कर सकदा? तुसी अंदर आओ, आ जिहड़े वस्त्र ने ना, ये वस्त्र तुसी अपने ऊपर ओढ़ लो, ठंड बहुत है। तो सवेरे जे मेरे को भाग होणगे साथ दिता तो मैं आप जी नूं प्रशादा पानी छकावांगा, मैं आप जी नूं कुछ दे नहीं सकता। माता जी कहते नहीं बेटा, जिहड़ी तू ऐ सेवा कर दिती है भी बहुत है। इतिहास उन्होंने कुम्मा माशकी जिहड़ा सी ना, उन्होंने बाबा कुम्मा जी कहते हैं कि इन्हें मातावां दी ते बच्चियां दी रात सेवा की। माता जी उस झुग्गी दे विच ने। इधरों सतगुरु जी बैठे ने। जमींदार चमकौर दे विच जिहड़ा उन्होंने खबर होंदी है कि सतगुरु जी इस तरह खुले मैदान विच बैठे ने, मीह पै रहा है। इहदा नाम सी बुद्धि चंद रावत ते दूसरा भरा सी गरीबू। कुछ तो कहते हैं कि गरीबू नहीं सी मनदा, पर बुद्धि चंद रावत जिहड़ा सतगुरां दे कोल गया है, बेनती की कि सतगुरु जी मेरे को एक कच्ची हवेली है, उन्होंने गड़ी कहते सन, गड़ी ते ऊपर एक ममटी है, ते आप कृपा करो ते उस हवेली दे विच ठहराओ करो, ठंड बहुत है, मीह पै रहा है, जो भी तुसी करना है उत्थे करो। ते सतगुरु जी कहन लगे गल सुन, तैनू पता है कि सानू हकूमत ने बागी करार दे दिता है, ते जेड़ा बागी की मदद करेगा ना, यही फितवा उहदे ते ला देना है। ते तैनू पता की खमियाजा भुगतना पएगा सानू अपने घर रखण दा। हाथ जुड़ गए दे, अखां भर गईयां। कहता सतगुरु जी की होएगा, मेरी मौत
ਤੇ ਵੱਧ ਤੋਂ ਵੱਧ ਪਰਿਵਾਰ ਦੀ ਮੌਤ। ਇਸ ਤੋਂ ਵੱਧ ਤੇ ਕੁਛ ਨਹੀਂ ਨਾ ਹੋ ਸਕਦਾ। ਤੇ ਜੋ ਕੁਛ ਤੁਸੀਂ ਕਰਕੇ ਆਏ ਹੋ ਜਾਂ ਕਰ ਰਹੇ ਹੋ ਜਾਂ ਕਰੋਗੇ, ਮੇਰੀ ਇੰਨੀ ਕਿ ਸੇਵਾ ਪਰਿਵਾਰ ਲੇਖੇ ਲੱਗ ਵੀ ਜਾਏ ਤੇ ਮੇਰੇ ਭਾਗ ਵੱਡੇ ਹੋਣਗੇ। ਸਤਿਗੁਰੂ ਕਿਰਪਾ ਕਰੋ। ਬਹੁਤ ਠੰਡ ਹੈ। ਆਓ, ਸਾਰੇ ਹਾਲਾਤਾਂ ਦਾ ਮੈਂ ਸੁਣਿਆ ਹੈ। ਦਰਦ ਰੱਖਦਾ ਸੀ ਦਰਦ ਤੇ ਹੱਥ ਜਾਨ ਤਲੀ ਤੇ ਰੱਖ ਲਈ। ਜੇ ਦਰਦ ਨਾ ਰੱਖਦਾ ਹੁੰਦਾ ਤੇ ਫਿਰ ਕਿੱਥੇ ਹੈ, ਤੇ ਇਹ ਵੀ ਜ਼ਿੰਮੇਦਾਰ ਹੈ। ਸਤਿਗੁਰੂ ਜੀ ਉਹਦਾ ਹਿਰਦਾ ਦੇਖ ਕੇ ਤੁਰ ਪੈਂਦੇ ਨੇ ਨਾਲ ਸਿੱਖਾਂ ਦੇ। ਉਹ ਗੜੀ ਦੇ ਵਿੱਚ ਜਾ ਕੇ ਠਹਿਰ ਜਾਂਦੇ ਨੇ। ਜਿਸ ਵੇਲੇ ਠਹਿਰ ਜਾਂਦੇ ਨੇ, ਕੁਛ ਥੋੜ੍ਹੀ ਜਿਹੀ ਰਾਹਤ ਮਿਲਦੀ ਹੈ। ਜੋ ਰੁੱਖਾ ਸੁੱਖਾ ਉਹਨਾਂ ਤਿਆਰ ਕੀਤਾ ਹੋਏਗਾ, ਉਹਨਾਂ ਨੂੰ ਮਿਲਿਆ ਭੋਜਨ। ਉੱਥੇ ਸਤਿਗੁਰੂ ਜੀ ਨੇ ਇੱਕ ਕੌਤਕ ਕੀਤਾ, ਇਹ ਕਹਿ ਕੇ ਮੈਂ ਖਿਮਾ ਮੰਗ ਲੈਣਾ। ਸਤਿਗੁਰਾਂ ਨੇ ਖੰਜਰ ਕੱਢਿਆ ਆਪਣੇ ਕਮਰ ਕੱਸੇ ਦੇ ਵਿੱਚੋਂ, ਤੋਂ ਮਿੱਟੀ ਨੂੰ ਥੋੜ੍ਹਾ ਜਿਹਾ ਕੰਧ ਦੇ ਨਾਲੋਂ ਮਿੱਟੀ ਥੋੜ੍ਹੀ ਜਿਹੀ ਪੁੱਟੀ, ਉਹਨੂੰ ਆਪਣੇ ਹੱਥ ਵਿੱਚ ਲਿਆ ਤੇ ਇੰਝ ਮਸਲ ਦਿੱਤਾ ਤੇ ਫਿਰ ਫੂਕ ਮਾਰ ਦਿੱਤੀ। ਉਹ ਮਿੱਟੀ ਉੱਡ ਗਈ। ਮਿੱਟੀ ਉੱਡੀ ਜਾਣਾ, ਛੋਟੀ ਜਿਹੀ ਥੋੜ੍ਹੀ ਜਿਹੀ ਮਿੱਟੀ। ਭਾਈ ਦਇਆ ਸਿੰਘ ਕਹਿਣ ਲੱਗੇ, ਸਤਿਗੁਰੂ ਇਹ ਕੀ ਮਾਜਰਾ ਹੈ? ਕੀ कहने लगे, दया से जिस खित्ते में हम कहते थे आना, ये वो ही है। जिस खित्ते में हम कहते थे आना, ये वो ही है। जहाँ पे बच्चों को कटाना, ये वही है। जहाँ से सब कुछ लुटा के जाना, ये वो ही है। मिट्टी जे कह देती है ठिकाना, जे वही है। साडा पुरातन इतिहास कहता है ना, शास्त्र कहता है कि हर बंदा जिहड़ा है ना, जदों उहदी मौत हुंदी है ना, 3 सस्से इकट्ठे होण ते फेर हुंदी है। पहले नंबर ते सस्सा सथान, जिन्हों असीं भौं मरला कहने। दूसरा समा, उहदे सवास पूरे हो जाना। ते तीसरा फिर कोई सबब बन जाता है। कहते ये जगह उही है। सतगुरु मिट्टी क्यों उड़ाई है? सतगुरु कहने लगे, मिट्टी इस करके उड़ाई है, अज ये गड़िए तो कच्ची है, समा आएगा वड्डे वड्डे महलों वाले तेरे अगे झुकिया करनगे, तेरी चरण धूड़ नूं मस्तक ते लाया करनगे। क्यों? पक्कियां दा तेरे अंदर वासा हो गया। ये सतगुरां ने उत्थे किया। दूसरा एक शेर होर सुना देना। दूसरा हुण सिंह सुत्ते किवें ने? अल्लाह यार खां जोगी लिखदा है, कुछ खाक पे सो गए जी पोश विछाकर। खाक कहंदे मिट्टी नूं, जमीन ते। हुण कुछ जमीन ते सुत्ते ने ते जी पोश पता किहनूं कहंदे ने? घोड़े दे काठी दे थल्ले एक बड़ा पतला जिहा कपड़ा पाया जाता है कि जिहड़ी चमड़े दी मोटी काठी है ना, वो मास जिहड़ा उहदे नाल छिलिया ना जाए। उहनूं कहंदे जी पोश, पतला जिहा कपड़ा। वो सारे ने जी पोशां अपनियां लाइयां ने ते थल्ले विछा के ते उत्ते सौ गए ने। ये तलाइयां वेख लो, गद्दे दे। कुछ खाक पे सो गए जी पोश बिछाकर, पैरा देने लगे कई तलवार उठाकर। कहते ने कुछ सिख जिहड़े सन, उन्होंने तलवार लई ते 2 तलवारां 2 सिख पहरा देन लग पे भी ये सारे आराम करन, दुश्मन का कोई पता नहीं होता। कुछ खाक पे सो गए जी पोश बिछाकर, पैरा देने लगे कई तलवार उठाकर। गोबिंद भी शबवास हुए खेमे में जाकर। गुरु गोबिंद सिंह जी ने भी उपर ममटी दे उत्ते आसन ला दिता सी, सतगुरु जी भी उत्थे चले गए। गोबिंद भी शबवास हुए खेमे में जाकर, देखा तो बैठे थे गर्दन को झुकाकर। की वेख्या कि बाकी तो सारे सौ गए ने, पर गुरु गोबिंद सिंह नहीं सुते। वो तो सिर झुका के बैठे ने,
अफसोस विच नहीं, है तू ही वाहिगुरु वाहिगुरु मुख से निकलता। कहते थे जिस हाल में रखे खुदा वो हाल है अच्छा। जिस हालत विच रखेगा ना वो ही ठीक है। 1.5 घड़ी का समा गुजर गया। 24 मिनट की घड़ी के 12 मिनट होर ला लो, 40 मिनट। जब 1.5 घड़ी गुजरी जिक्रे खुदा में, खेमे से बाहर आए सरकार हवा में। अपने खेमे चो बाहर आ गए। कदमों से टहलते थे मगर दिल था दुआ में। कहते थे ऐ खुदावंद हूँ खुश तेरी रजा में। खुदा से कहते थे गोया रूबरू होकर कल चमकौर से जाऊंगा सुरखरू होकर। खुदा से कहते थे गोया रूबरू होकर कल चमकौर से जाऊंगा सुरखरू होकर। तो सतगुरु जी कृपा करन, इस तो अगे जिहड़ा चमकौर दा जंग है ये सतगुरां ने दया कीती ते कल आप जी दे नाल दर्शन करांगे। इन्नी सेवा प्रवान करनी होइयां बेअंत भुल्लां दी खिमा। सिੱਖੀ बड़ी मुश्किल मिली, बहुत मुश्किल मिली है। वड्डे बाबा जी कालियां वाले एक दफ़ा स्टेज ते बैठे, बड़ा मन उन्होंने भरिया। कहन लगे होए कलगीधर अमृत बहुत महंगा लैके आए ने ते जिन्हां ने नहीं छकिया ना वो छक लो, बहुत महंगा है। तो सतगुरु कृपा करन, ये सारी शहीदां दी दास्तान तुश बुद्धि अनुसार थोड़ी बहुत आप दे नज़र रखांगा। आओ फतेह गजाओ। वाहिगुरु जी का खालसा, वाहिगुरु जी की फतेह।